ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਵਿਸ਼ੇਸ਼ ਉਪਰਾਲੇ ਸਦਕਾ ਜੋ ਜ਼ੂਮ ਐਪ ਉੱਪਰ ਇਹ ਗੁਰਮਤਿ ਕਲਾਸਾਂ ਚੱਲ ਰਹੀਆਂ ਹਨ। ਆਪ ਇਸ ਸਵੇਰ ਵਾਲੀ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਸਤਿਗੁਰਾਂ ਦੀ ਮਿਹਰਮਤ ਸਦਕਾ ਆਪਾਂ ਸਿੱਖਾਂ ਦੀ ਭਗਤ ਮਾਲਾ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਕੱਲ੍ਹ ਸੰਪੂਰਨ ਕਰ ਲਈ ਸੀ। ਅੱਜ ਆਪ ਸਮੁੱਚੀ ਸੰਗਤ ਵੱਲੋਂ ਇੱਕ ਹੁਕਮ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਮੁੱਚੀ ਜਾਣਕਾਰੀ ਦਿੱਤੀ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਮਹਾਂਪੁਰਸ਼ਾਂ ਦੀਆਂ ਸਤਿਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਹਨ, ਉਹਨਾਂ ਦਾ ਡਿਟੇਲ ਦੇ ਨਾਲ ਵੇਰਵਾ ਦਿੱਤਾ ਜਾਵੇ ਕਿ ਕਿਹੜੇ ਸਤਿਗੁਰਾਂ ਦੀ ਕਿੰਨੀ ਬਾਣੀ ਹੈ ਅਤੇ ਕੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਤੀਬ ਹੈ। ਇਹਦੇ ਬਾਰੇ ਆਪ ਜੀ ਨੇ ਜੋ ਪਿਛਲੇ ਦਿਨਾਂ 'ਚ ਕਿਹਾ ਸੀ, ਇਸ ਕਰਕੇ ਇਹ 1-2 ਦਿਨਾਂ ਦੀਆਂ ਵਿਸ਼ੇਸ਼ ਕਲਾਸਾਂ ਜਿਹੜੀਆਂ ਹਨ ਇਸੇ ਹੀ ਪ੍ਰਥਾਏ ਚੱਲਣੀਆਂ ਹਨ। ਆਪਾਂ ਇਕੱਲੇ ਜਿਹੜੇ ਭੱਟ ਹਨ, ਭਗਤ ਹਨ, ਗੁਰੂ ਸਾਹਿਬਾਨ ਹਨ, ਉਹਨਾਂ ਦੇ ਬਾਰੇ ਕੀ ਉਹਨਾਂ ਦੀ ਗੁਰਬਾਣੀ ਹੈ, ਕਿੰਨੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕੀ ਉਹਨਾਂ ਦਾ ਜੀਵਨ ਹੈ, ਉਹਦੇ ਬਾਰੇ ਆਪਾਂ ਵਿਸਥਾਰ ਨਾਲ ਜਿਹੜੀ ਚਰਚਾ ਇਹਨਾਂ ਕਲਾਸਾਂ ਦੇ ਵਿੱਚ ਕਰਾਂਗੇ। ਸੋ ਜਿੰਨੀ ਵੀ ਸੰਗਤ ਜੁੜ ਚੁੱਕੀ ਹੈ, ਆਪ ਸਭ ਸੰਗਤ ਦਾ ਧੰਨਵਾਦ। ਆਓ ਆਪਾਂ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ। ਆਰੰਭਤਾ ਤੋਂ ਪਹਿਲਾਂ ਫਿਰ ਇੱਕ ਵਾਰੀ ਫਤਿਹ ਨਾਲ ਸਾਂਝ ਪਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਗੁਰੂ ਰੂਪ ਮੰਨਦੇ ਹਾਂ, ਇਹ ਸਭ ਤੋਂ ਵੱਡੀ ਵਿਲੱਖਣਤਾ ਹੈ ਸਿੱਖ ਧਰਮ ਦੀ ਕਿ ਜਿਸ ਧਰਮ ਦੇ ਵਿੱਚ ਇੱਕ ਗ੍ਰੰਥ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਇਹ ਵਿਲੱਖਣਤਾ ਹੈ ਕਿ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਅਤੇ ਸਾਰੀ ਸਿੱਖ ਸੰਗਤ, ਸਾਰੇ ਸਿੱਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਚੁੱਕਦੇ ਆ। ਦੂਸਰੀ ਵਿਲੱਖਣਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਹੈ ਕਿ ਹੁਣ ਤੱਕ ਜਿੰਨੇ ਵੀ ਗ੍ਰੰਥ ਰਚੇ ਗਏ ਆ, ਉਹਨਾਂ ਦੇ ਜਿਹੜੇ ਪੈਗੰਬਰ ਹੋਏ ਉਸ ਧਰਮ ਦੇ, ਉਹਨਾਂ ਨੇ ਉਹ ਬੋਲ ਕਹੇ ਅਤੇ ਉਹਨਾਂ ਤੋਂ ਬਾਅਦ ਆਉਣ ਵਾਲੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਗ੍ਰੰਥਾਂ ਦੀ ਰਚਨਾ ਕੀਤੀ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਸੇ ਗ੍ਰੰਥ ਹਨ ਜਿਨ੍ਹਾਂ ਨੂੰ ਪ੍ਰਮਾਣਿਕਤਾ ਗੁਰੂ ਸਾਹਿਬਾਨ ਦੇ ਵੇਲੇ ਗੁਰੂ ਸਾਹਿਬਾਨਾਂ ਨੇ ਆਪ ਦਿੱਤੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨਾ ਕੀਤੀ ਹੈ। ਫਿਰ ਜਦੋਂ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਹੈ ਅਤੇ ਉਸ ਸਮੇਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਹੋਣ ਦਾ ਵੀ ਜਿਹੜਾ ਬਲ ਹੈ, ਗੁਰੂ ਹੋਣ ਦਾ ਵੀ ਸਤਿਗੁਰਾਂ ਨੇ ਜਿਹੜਾ ਉਹ ਉਪਦੇਸ਼ ਕੀਤਾ ਹੈ ਕਿ ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਵਿਲੱਖਣਤਾ ਹੈ ਕਿ ਇਹ ਗੁਰੂ ਕਾਲ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈ ਸਾਰਾ ਪ੍ਰਵਾਨ ਕੀਤਾ ਹੈ, ਪ੍ਰਵਾਨਿਤ ਬਾਣੀ ਹੈ, ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਤੀਸਰੀ ਵਿਲੱਖਣਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਹੈ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਮਿਥਿਹਾਸਿਕ ਕਥਾ ਕਹਾਣੀਆਂ ਨਹੀਂ ਹਨ। ਇਹਦੇ ਵਿੱਚ ਸਿਰਫ ਅਤੇ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸ ਅਕਾਲ ਪੁਰਖ ਦੀ ਨਿਰੋਲ ਵਿਆਖਿਆ ਹੈ, ਉਸ ਅਕਾਲ ਪੁਰਖ ਨਾਲ ਕਿਵੇਂ ਜੁੜਨਾ ਹੈ, ਜਿਹੜੇ ਜੁੜੇ ਹੋਏ ਹਨ ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ, ਸੱਚ ਕੀ ਹੈ ਅਤੇ ਸੱਚ ਨੂੰ ਕਮਾਉਣ ਵਾਲੇ ਕਿਵੇਂ ਦੇ ਹੁੰਦੇ ਹਨ। ਇਸ ਗੱਲ ਨੂੰ ਬੜੇ ਹੀ ਵੱਡੇ ਪੱਧਰ ਦੇ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਡਿਫਾਈਨ ਕੀਤਾ ਗਿਆ ਹੈ। ਅਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਾਡੇ ਗੁਰੂ ਵੀ ਹਨ ਅਤੇ ਆਪਾਂ ਨਮਸਕਾਰ ਵੀ ਕਰਦੇ ਹਾਂ। ਅਤੇ ਇੱਕ ਹੋਰ ਵਿਲੱਖਣਤਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹ ਜ਼ਿਆਦਾਤਰ ਬਾਣੀ ਰਾਗਾਂ ਦੇ ਵਿੱਚ ਹੈ ਅਤੇ ਰਾਗਾਂ ਨੂੰ ਜਿਹੜੀ ਹੈ ਸਤਿਗੁਰੂ ਸਾਹਿਬਾਨਾਂ ਨੇ ਰਾਗ ਵਰਤ ਕੇ ਬਾਣੀ ਉਚਾਰਨ ਕੀਤੀ ਹੈ ਅਤੇ ਕਾਵਿ ਰੂਪ ਹੈ ਸਾਰਾ ਗੁਰੂ ਗ੍ਰੰਥ ਸਾਹਿਬ। ਅਤੇ ਜਿੰਨੇ ਵੀ ਰਾਗ ਹਨ, 31 ਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ। ਇਹਨਾਂ 31 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ। ਇਹ ਵੀ ਬੜੀ ਵੱਡੀ ਵਿਲੱਖਣਤਾ ਹੈ। ਸੋ ਆਓ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਲੈ ਲਈਏ, ਫਿਰ ਉਪਰੰਤ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੋਂ ਜਿਹੜੀ ਬਾਣੀ ਹੈ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ
कि किन्नी बाणी सतगुरां दी है। इसे तरह पहलों आपां 6 गुरु साहिबानां दी बाणी उन्हां दे बारे गल करांगे, फिर भगतां बारे, फिर भट्टां बारे, फिर गुरसिखां बारे। इस तरह आपां जिन्नी भी बाणी है ਉਹਦੇ ਬਾਰੇ ਆਪਾਂ ਵਿਚਾਰ ਵਿਸਥਾਰ ਨਾਲ ਕਰਨੀ ਹੈ। ਤੇ ਭਾਵੇਂ ਇਹਨਾਂ ਕਲਾਸਾਂ ਨੂੰ 2 ਦਿਨ ਲੱਗ ਜਾਣ ਜਾਂ 3 ਦਿਨ ਲੱਗ ਜਾਣ, ਆਪ ਜੀ ਨੇ ਇਸੇ ਤਰ੍ਹਾਂ ਪਿਆਰ ਦੇ ਨਾਲ ਜੁੜੇ ਰਹਿਣਾ। ਸੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪੜ੍ਹਦੇ ਹਾਂ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਨੀ ਹੋਵੇ, ਤੇ ਸਭ ਤੋਂ ਪਹਿਲੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ 3 ਭਾਗਾਂ 'ਚ ਵੰਡ ਕੇ ਸਟੱਡੀ ਕੀਤੀ ਜਾ ਸਕਦੀ ਹੈ। ਉਹ 3 ਭਾਗ ਕਿਹੜੇ ਹਨ? ਪਹਿਲਾ ਹੈ ਅੰਗ ਨੰਬਰ 1 ਤੋਂ ਲੈ ਕੇ 13 ਤੱਕ, ਜਿਹਨੂੰ ਨਿਤਨੇਮ ਕਿਹਾ ਜਾਂਦਾ ਹੈ। 13 ਅੰਗ ਪਹਿਲੇ ਪੁਰਾਤਨ ਸਿੱਖਾਂ ਦਾ ਨਿਤਨੇਮ ਹੈ। ਪਹਿਲੇ 13 ਅੰਗ 1 ਤੋਂ ਲੈ ਕੇ 13 ਤੱਕ। ਇਹਦੇ ਵਿੱਚ ਕੀ ਹੈ? ਜਪਜੀ ਸਾਹਿਬ ਦੀ ਬਾਣੀ, ਫਿਰ ਸੋਧਾਰ ਸਰਲੇਖ ਦੇ ਹੇਠ 5 ਸ਼ਬਦ, ਫਿਰ ਉਸ ਤੋਂ ਬਾਅਦ ਸੋ ਪੁਰਖ ਸਰਲੇਖ ਦੇ ਹੇਠ 4 ਸ਼ਬਦ, 9 ਸ਼ਬਦ ਟੋਟਲ, ਜਿਹੜੇ ਅਸੀਂ ਰਹਿ ਰਸ ਦੀ ਬਾਣੀ 'ਚ ਪੜ੍ਹਦੇ ਹਾਂ ਹਰ ਰੋਜ਼। ਫਿਰ ਉਸ ਤੋਂ ਬਾਅਦ ਸੋਹਿਲਾ ਸਾਹਿਬ ਦੀ ਬਾਣੀ ਹੈ, ਅਤੇ ਇਸ ਤੋਂ ਬਾਅਦ ਰਾਗ ਆਰੰਭ ਹੁੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਰੰਭ ਹੁੰਦੇ ਹਨ। ਉਹ ਮੈਂ ਆਪ ਜੀ ਦੇ ਨਾਲ ਸਕਰੀਨ ਸ਼ੇਅਰ ਕਰ ਦੇਵਾਂ ਕਿ ਕਿਹੜੇ ਕਿਹੜੇ ਰਾਗ ਹਨ, ਕਿਵੇਂ ਕਿਵੇਂ ਇਹ ਰਾਗਾਂ ਦੀ ਤਰਤੀਬ ਹੈ। ਸੋ ਆਓ ਮੈਂ ਪਹਿਲਾਂ ਆਪ ਜੀ ਦੇ ਨਾਲ ਇਹ ਸਕਰੀਨ ਜਿਹੜੀ ਹੈ ਉਹ ਸਾਂਝੀ ਕਰਾਂ, ਫਿਰ ਉਪਰੰਤ ਆਪਾਂ ਜਿਹੜਾ ਹੈ ਅੱਗੇ ਗੱਲ ਕਰਦੇ ਹਾਂ। ਸੋ ਸਤਿਗੁਰਾਂ ਨੇ ਇਹ ਜਿਹੜੇ ਰਾਗ ਦਿੱਤੇ ਹਨ, ਧੰਨ ਗੁਰੂ ਵਾਹਿਗੁਰੂ, ਇਹ ਰਾਗ ਜਿਹੜੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਆ, ਸਤਿਗੁਰਾਂ ਨੇ ਇਹਨਾਂ ਰਾਗਾਂ ਦੀ ਸੰਪਾਦਨਾ ਕਰਕੇ ਕਿ ਵਿਲੱਖਣ ਸਿਧਾਂਤ ਸਾਨੂੰ ਦਿੱਤਾ ਹੋਇਆ ਹੈ। ਧੰਨ ਗੁਰੂ ਵਾਹਿਗੁਰੂ। ਹਾਂਜੀ, ਹਾਂਜੀ, ਆਪ ਜੀ ਦੀ ਸਕਰੀਨ ਉੱਪਰ ਹੈ। ਇਹ ਸਤਿਗੁਰਾਂ ਨੇ ਵਾਹਿਗੁਰੂ, ਲੋਡਿੰਗ ਹੋ ਰਹੀ ਸੀ। ਹਾਂਜੀ, ਵਾਹਿਗੁਰੂ, ਆਪ ਜੀ ਦੀ ਸਕਰੀਨ ਉੱਪਰ ਆ ਗਏ ਹਨ ਜੋ ਰਾਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। ਇਹਨਾਂ ਰਾਗਾਂ ਦੀ ਕੀ ਤਰਤੀਬ ਹੈ? 14 ਅੰਗ ਤੋਂ ਰਾਗ ਬੱਧ ਬਾਣੀ ਆਰੰਭ ਹੁੰਦੀ ਹੈ। ਇਹ ਦੂਸਰਾ ਭਾਗ ਆਪਾਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦਾ। ਰਾਗ ਬੱਧ ਬਾਣੀ ਆਰੰਭ ਹੁੰਦੀ ਹੈ 14 ਅੰਗ ਤੋਂ। ਇਹ 1352 ਅੰਗ ਤੱਕ ਇਸੇ ਤਰ੍ਹਾਂ ਹੀ ਰਾਗ ਚੱਲਦੇ ਹਨ। 14 ਅੰਗ ਤੋਂ ਆਰੰਭ ਹੋ ਕੇ 1352 ਅੰਗ ਤੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਜਿਹੜੇ ਆ ਉਹ ਲਿਖੇ ਗਏ ਆ। ਰਾਗਾਂ ਦੇ ਅਧੀਨ ਬਾਣੀ ਲਿਖੀ ਗਈ ਹੈ। ਸੋ ਸਭ ਤੋਂ ਪਹਿਲਾ ਰਾਗ ਹੈ ਸ੍ਰੀ ਰਾਗ। ਇਹਨੂੰ ਗਾਉਣ ਦਾ ਸਮਾਂ ਹੈ ਪਿਛਲੇ ਪਹਿਰ ਜਾਂ ਲੌਡੇ ਵੇਲੇ। 14 ਅੰਗ ਤੋਂ ਇਹਦੀ ਆਰੰਭਤਾ ਹੁੰਦੀ ਹੈ। ਫਿਰ ਦੂਸਰਾ ਰਾਗ ਹੈ ਮਾਝ। ਰਾਤ ਦੇ ਪਿਛਲੇ ਪਹਿਰ ਗਾਇਆ ਜਾਂਦਾ ਹੈ। 94 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਫਿਰ ਹੈ ਗੌੜੀ ਰਾਗ। ਗੌੜੀ ਰਾਗ ਦੀ ਆਰੰਭਤਾ ਜਿਹੜੀ ਹੈ ਉਹ 151 ਅੰਗ ਤੋਂ ਆਰੰਭਤਾ ਹੁੰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਵਾਹਿਗੁਰੂ, 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 ਇੱਕ ਸੈਕਿੰਡ। ਹਾਂਜੀ ਸਾਧ ਸੰਗਤ, ਜਿਹੜੇ ਰਾਗ ਹਨ ਮੈਂ ਸਕਰੀਨ 1 ਮਿੰਟ 'ਚ ਸ਼ੇਅਰ ਕਰ ਦਿੰਦਾ। ਰਾਗਾਂ ਦੀ ਜਾਣਕਾਰੀ ਜਿਹੜੀ ਹੈ ਉਹ ਚੱਲ ਰਹੀ ਹੈ। ਸ੍ਰੀ ਰਾਗ ਸਭ ਤੋਂ ਪਹਿਲਾਂ ਆਪਾਂ ਕੀਤਾ ਹੈ। ਸ੍ਰੀ ਰਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, ਸਭ ਤੋਂ ਪਹਿਲਾ ਰਾਗ ਜਿਹੜਾ ਹੈ ਉਹ ਸ੍ਰੀ ਰਾਗ ਹੈ। ਉਪਰੰਤ ਸਤਿਗੁਰਾਂ ਨੇ ਦੂਸਰਾ ਰਾਗ ਜਿਹੜਾ ਹੈ ਮਾਝ ਰਾਗ ਹੈ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਤੀਸਰਾ ਰਾਗ ਜਿਹੜਾ ਹੈ ਉਹ ਸਤਿਗੁਰਾਂ ਨੇ ਗੌੜੀ ਰਾਗ ਬਖਸ਼ਿਸ਼ ਕੀਤਾ ਹੈ। ਇਸੇ ਤਰ੍ਹਾਂ
ਉਸ ਤੋਂ ਬਾਅਦ ਗੌੜੀ ਰਾਗ ਤੋਂ ਉਪਰੰਤ ਸਤਿਗੁਰਾਂ ਨੇ ਆਸਾ ਰਾਗ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਆਸਾ ਰਾਗ ਦੇ ਵਿੱਚ ਬਾਣੀ ਹੈ। ਸੋ ਆਸਾ ਤੋਂ ਬਾਅਦ ਅਗਲਾ ਰਾਗ ਜਿਹੜਾ ਹੈ ਉਹ ਗੂਜਰੀ ਹੈ। ਹਾਂਜੀ ਹਾਂਜੀ, ਆਪ ਜੀ ਦੀ ਸਕਰੀਨ ਤੇ ਆ ਗਿਆ ਹੈ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਰਾਗ। ਸ੍ਰੀ ਰਾਗ 14 ਅੰਗ ਤੇ ਹੈ। ਮਾਝ ਰਾਗ 84 ਅੰਗ ਤੇ ਹੈ। ਗਾਉਣ ਦਾ ਸਮਾਂ ਹੈ ਰਾਤ ਦਾ ਪਹਿਲਾ ਪੈਰ ਮਾਝ ਰਾਗ ਨੂੰ। ਗੌੜੀ ਰਾਗ ਹੈ ਹਾਂਜੀ 94 ਅੰਗ ਤੇ ਮਾਝ ਰਾਗ। ਫਿਰ ਗੌੜੀ ਰਾਗ ਹੈ। ਰਾਤ ਦੇ ਪਹਿਲੇ ਪੈਰ ਗਾਉਣ ਦਾ ਸਮਾਂ ਹੈ ਇਹਦਾ 152 ਅੰਗ ਤੇ ਗੌੜੀ ਰਾਗ ਹੈ ਆਰੰਭ ਹੁੰਦਾ। ਫਿਰ ਆਸਾ ਰਾਗ ਹੈ। ਆਸਾ ਰਾਗ ਸਵੇਰ ਵੇਲੇ ਦਾ ਰਾਗ ਹੈ। 347 ਅੰਗ ਤੇ ਆਰੰਭਤਾ ਹੁੰਦੀ ਹੈ ਇਸ ਰਾਗ ਦੀ। ਉਸ ਤੋਂ ਬਾਅਦ ਗੁਜਰੀ ਰਾਗ, ਇਹ ਦਿਨ ਦੇ ਦੂਜੇ ਪਹਿਰ ਗਾਉਣਾ ਹੈ। 488 ਅੰਗ ਤੱਕ ਇਹਦੀ ਸਮਾਪਤੀ ਹੁੰਦੀ ਹੈ। ਗੁਜਰੀ ਰਾਗ 488 ਆਰੰਭ ਹੁੰਦਾ ਹੈ। ਫਿਰ ਦੇਵ ਗੰਧਾਰੀ ਰਾਗ ਜਿਹੜਾ ਹੈ ਦਿਨ ਦੇ ਦੂਜੇ ਪਹਿਰ ਗਾਉਣਾ, ਇਹਦੀ ਆਰੰਭਤਾ 527 ਅੰਗ ਤੋਂ ਸ਼ੁਰੂ ਹੁੰਦੀ ਹੈ। ਫਿਰ ਬਿਹਾਗੜਾ ਹੈ 7ਵਾਂ ਰਾਗ, ਅੱਧੀ ਰਾਤ ਵੇਲੇ ਗਾਉਣ ਦਾ ਸਮਾਂ ਹੈ ਇਹਦਾ। 537 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। ਫਿਰ 8ਵਾਂ ਰਾਗ ਹੈ ਵਡਹੰਸ, ਦੁਪਹਿਰ ਵੇਲੇ ਜਾਂ ਰਾਤ ਦੇ ਦੂਜੇ ਪਹਿਰ ਗਾਉਣ ਦਾ ਸਮਾਂ ਹੈ ਇਸ ਵਡਹੰਸ ਰਾਗ ਦਾ। 557 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। ਫਿਰ ਸੋਰਠ ਰਾਗ ਹੈ 9ਵਾਂ, ਇਸ ਰਾਗ ਦੀ ਦੂਜੇ ਪਹਿਰ ਗਾਉਣਾ ਹੈ ਇਸ ਨੂੰ। 595 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। ਫਿਰ 10ਵਾਂ ਰਾਗ ਧਨਾਸਰੀ ਹੈ, ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। 660 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। ਫਿਰ 11ਵਾਂ ਰਾਗ ਜੈਤਸਰੀ ਹੈ, ਚੌਥੇ ਪਹਿਰ ਗਾਉਣ ਦੀ ਹਦਾਇਤ ਹੈ। 696 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। 12ਵਾਂ ਰਾਗ ਹੈ ਟੋਡੀ, ਦਿਨ ਦੇ ਦੂਜੇ ਪਹਿਰ ਗਾਇਆ ਜਾਂਦਾ ਹੈ। 711 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। ਫਿਰ 13ਵਾਂ ਰਾਗ ਜਿਹੜਾ ਹੈ ਉਹ ਬੈਰਾੜੀ ਹੈ, ਦੂਜੇ ਪੈਰ ਤੇ ਸ਼ਾਮ ਵੇਲੇ ਗਾਇਆ ਜਾਂਦਾ ਹੈ। 719 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। 14ਵਾਂ ਰਾਗ ਜਿਹੜਾ ਹੈ ਤਲੰਗ ਹੈ, ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। 721 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। ਸੂਹੀ ਰਾਗ 15ਵਾਂ ਹੈ, 2 ਘੜੀ ਦਿਨ ਚੜ੍ਹੇ ਇਸ ਰਾਗ ਨੂੰ ਗਾਇਆ ਜਾਂਦਾ ਹੈ। 728 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। 16ਵਾਂ ਰਾਗ ਬਿਲਾਵਲ, ਸਵੇਰ ਦੇ ਪਹਿਲੇ ਪਹਿਰ ਗਾਇਆ ਜਾਂਦਾ ਹੈ। 795 ਅੰਗ ਤੋਂ ਇਹਦੀ ਆਰੰਭਤਾ ਹੁੰਦੀ ਹੈ। 17ਵਾਂ ਰਾਗ ਗੋਂਡ ਹੈ, ਦਿਨ ਦੇ ਦੂਜੇ ਪਹਿਰ ਗਾਇਆ ਜਾਣ ਵਾਲਾ। 759 ਅੰਗ ਤੋਂ 759 ਅੰਗ ਤੋਂ ਇਹਦੀ ਜਿਹੜੀ ਹੈ ਉਹ ਆਰੰਭਤਾ ਹੁੰਦੀ ਹੈ। ਰਾਮਕਲੀ ਰਾਗ ਹੈ 18ਵਾਂ, ਸੂਰਜ ਨਿਕਲ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤੱਕ ਇਹਨੂੰ ਗਾਇਆ ਜਾਂਦਾ ਹੈ। 876 ਅੰਗ ਤੇ ਇਹਦੀ ਜਿਹੜੀ ਹੈ ਉਹ ਆਰੰਭਤਾ ਹੁੰਦੀ ਹੈ। ਸੋ ਇਸ ਤੋਂ ਅੱਗੇ ਜੋ ਹੈ ਨਟ ਨਾਰਾਇਣ, ਰਾਤ ਦੇ ਦੂਜੇ ਪਹਿਰ ਗਾਇਆ ਜਾਣ ਵਾਲਾ ਰਾਗ ਹੈ। 975 ਅੰਗ ਤੋਂ ਇਸ ਰਾਗ ਦੀ ਆਰੰਭਤਾ ਹੁੰਦੀ ਹੈ। 20ਵਾਂ ਰਾਗ ਹੈ ਮਾਲੀ ਗੌੜਾ, ਦਿਨ ਦੇ ਤੀਜੇ ਪਹਿਰ ਗਾਇਆ ਜਾਣ ਵਾਲਾ। 984 ਅੰਗ ਤੋਂ ਇਹਦੀ ਆਰੰਭਤਾ ਹੁੰਦੀ ਹੈ। 21ਵਾਂ ਰਾਗ ਹੈ ਮਾਰੂ, ਦਿਨ ਦੇ ਤੀਜੇ ਪਹਿਰ ਗਾਇਆ ਜਾਣ ਵਾਲਾ। 999 ਅੰਗ ਤੋਂ ਇਹਦੀ ਜਿਹੜੀ ਹੈ ਆਰੰਭਤਾ ਹੁੰਦੀ ਹੈ। ਤੁਖਾਰੀ ਰਾਗ ਹੈ 22ਵਾਂ, ਸ਼ਾਮ ਵੇਲੇ ਗਾਇਆ ਜਾਂਦਾ ਹੈ। 1107 ਅੰਗ ਤੋਂ ਇਹਦੀ ਆਰੰਭਤਾ ਹੁੰਦੀ ਹੈ। 23ਵਾਂ ਰਾਗ ਹੈ ਕੇਦਾਰਾ, ਰਾਤ ਦੇ ਪਹਿਲੇ ਪਹਿਰ ਗਾਇਆ ਜਾਣ ਵਾਲਾ। 1118 ਅੰਗ ਤੇ ਇਹਦੀ ਜਿਹੜੀ ਹੈ ਆਰੰਭਤਾ ਹੁੰਦੀ ਹੈ। 24ਵਾਂ ਰਾਗ ਹੈ ਭੈਰੋ, ਪ੍ਰਭਾਤ ਵੇਲੇ। 1125 ਅੰਗ ਤੋਂ ਆਰੰਭਤਾ। 25ਵਾਂ ਰਾਗ ਹੈ ਬਸੰਤ, ਦਿਨ ਦੇ ਪਹਿਲੇ ਪਹਿਰ ਤੇ ਬਸੰਤ ਰੁੱਤ ਦੇ ਵਿੱਚ ਗਾਇਆ ਜਾਣ ਵਾਲਾ ਰਾਗ ਹੈ।
1168 अंग ते दी जिहड़ी आरंभता है। 26वां राग है सारंग। किसी भी समय इनू गाया जा सकता है, ज़्यादातर दोपहर वेले गाते हैं। 1190 97वें अंग ते इहदी जिहड़ी आरंभता है। 27वां राग मलार, रात के तीजे पैर गाया जाने वाला। 1254 अंग तो आरंभता है। 28वां राग है कानड़ा, रात के दूजे पैर गाया जाने वाला। 1294 अंग तो आरंभता होंदी है इस राग की। फिर कल्याण राग है 29वां, रात के पहले पैर गाया जाने वाला। 1319 अंग तो इस राग की आरंभता होंदी है। 30वां राग है प्रभाती, सवेर के पहले पैर गाया जाने वाला। 1327 अंग तो इस राग की आरंभता होंदी है। फिर उस तो बाद जैजावंती है 31वां राग, रात के दूजे पैर गाया जाने वाला। 1352 अंग तक ते जिहड़ी है इहदी आरंभता होंदी है ते 52 ते ही इहदी समाप्ति हो जाती है, क्योंकि इहदे विच सिर्फ गुरु तेग बहादुर जी की बाणी है, इस करके ये छोटा राग है। सो ये जिहड़े राग हैं धन श्री गुरु ग्रंथ साहिब जी दे विच इन्हां दी ये पूरी जिहड़ी है डिटेल है। फिर उस तो बाद साध संगत तीसरा भाग जो आप गुरु ग्रंथ साहिब जी का देखते हैं तो तीसरे भाग दे विच आपां रखते हैं राग मुक्त बाणी। पहिलों सी नितनेम जो पुराने समय सिख करते सन। फिर राग जुगत बाणी जो 31 राग आप जी ने हुणे ही सरवण कीते आ। फिर उस तो बाद 1352 अंग तो वाहिगुरू 1353 अंग तो जिहड़ा है राग मुक्त बाणी की आरंभता होंदी है। ये राग मुक्त भाव इन्हां दे उत्ते कोई राग का सिरलेख नहीं है, विशेष तौर के उत्ते कोई राग नहीं लिखिया होया। सो इहदे विच की है, सब तो पहला श्लोक सैसकृति महला पहला, फिर श्लोक सैसकृति महला पंजवा, फिर उस तो बाद गाथा महला पंजवा, फुनहे महला पंजवा, फिर चौ बोले महला पंजवा। इस तो बाद शुरू होंदी है श्लोक भगत कबीर जी दे बाणी। फिर उस तो बाद श्लोक शेख फरीद जी दे बाणी शुरू होंदी है। श्लोक भगत कबीर जी ते भगत फरीद जी दे आरंभ होंदे आ। फिर जदों इन्हां श्लोकां की समाप्ति होंदी है, फिर उस तो बाद मुख वाक सवैये कहा जाता है। पंजवें पातशाह जी दे मुख वाक सवैये आउंदे आ, जो सतगुरां ने भट्टां ने पुछया सी कि महाराज असीं किवें उस्तत करिए परमेश्वर की, सतगुरु की किवें उस्तत करिए। तो सतगुरां ने कहा कि आओ मैं तुहानूं दसदा किवें उस्तत कीती जाती है। तो पहलों सतगुरां ने आप ही सवैये उचारण कीते जिन्हां नूं मुख वाक सवैये कहा जाता है। फिर उस तो बाद भट्टां दे सवैये जिहड़े वो आरंभ हुंदे आ। ते भट्टां दे सवैयां तो बाद फिर वारां ते वधीक, ये वो वारां ते वधीक जिहड़े सलोक वारां तो वध गए सन। जिवें आपां उस दिन संपादना वेले गल कीती सी कि जिहड़ी बाणी जिहड़े सलोक सतगुरां ने वारां दे उत्ते अंकित कीते, जिहड़े उस जगह तो सलोक वध गए सन, उन्हां सलोकां नूं वखरा सरलेख दे दिता गया वारां तो वधीक। भाव वारां तो जिहड़े वधे सन सलोक वो सतगुरां ने दर्ज कीते वारां ते वधीक। ये वारां ते वधीक जिहड़े सलोक हैं। फिर उस तो बाद मुंदावणी वाहिगुरू इहदे विच 9वें महले के सलोक भी आउंदे आ। इहदे विच सब तो पहलों पहले पातशाह जी के सलोक धन गुरु नानक साहिब जी के, फिर गुरु अमरदास जी के तीसरे पातशाह जी के सलोक हैं, फिर गुरु रामदास जी के सलोक हैं, फिर गुरु अर्जन देव जी के सलोक हैं, फिर 9वें पातशाह गुरु तेग बहादुर जी के सलोक हैं। फिर उस तो बाद उन्हां सलोकां तो उपरंत जिहड़ा है सतगुरां ने मुंदावनी श्लोक महला पंजवां तेरा कीता जातो नाही, फिर उस तो बाद रागमाला अंकित की है। सो इस तरह 1353 अंग तो लैके 1430 अंग तक जिहड़ा है वो राग मुक्त बाणी दर्ज की गई है। आप जी ने ध्यान देना, आपां फिर रिपीट कर लीए। सब तो पहला है नितनेम जो पुराने समय सिख करते सन सतगुरां दे वेले। वो नितनेम की है? जपजी साहिब की बाणी, फिर सो दर सो पुरख, फिर सोहिला 13 अंग तक ये है। फिर 14वें अंग तो श्री राग की आरंभता होंदी है। तो इस तरह 31 राग जिहड़े आ जैजावंती राग 31वां है, उत्थे जाके समाप्ति होंदी है 1352 अंग ते जाके।
ਫਿਰ 1354 ਅੰਗ ਤੋਂ ਰਾਗ ਮੁਕਤ ਬਾਣੀ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚ ਸ਼ਲੋਕ ਸਹਿਸਕ੍ਰਿਤੀ ਤੋਂ ਲੈ ਕੇ ਰਾਗਮਾਲਾ ਤੱਕ ਇਹ ਸਮੁੱਚੀ ਬਾਣੀ ਦੀ ਡਿਟੇਲ ਮੈਂ ਦੇ ਦਿੱਤੀ ਆਪ ਜੀ ਨੂੰ। ਇਸ ਤਰ੍ਹਾਂ ਇਹ ਜਿਹੜੀ ਸਮੁੱਚੀ ਬਾਣੀ ਇਹ ਸਤਿਗੁਰਾਂ ਨੇ ਦਰਜ ਕੀਤੀ ਹੈ। ਇਹਨੂੰ ਆਪਾਂ ਇਸ ਤਰ੍ਹਾਂ ਜਿਹੜਾ ਆ ਸਤਿਗੁਰਾਂ ਦੀ ਬਾਣੀ ਨੂੰ ਇਹ 3 ਭਾਗਾਂ 'ਚ ਵੰਡ ਕੇ ਆਪਾਂ ਇਹਦੇ ਬਾਰੇ ਗੱਲ ਕਰ ਸਕਦੇ ਹਾਂ। ਭਾਵੇਂ ਕਿ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਤੇ ਵੰਡਣ ਤੋਂ ਭਾਵ ਇਹ ਹੁੰਦਾ ਕਿ ਆਪਾਂ ਚੰਗੀ ਤਰ੍ਹਾਂ ਜੇ ਸਮਝਣਾ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਆਪਾਂ ਇਸ ਤਰੀਕੇ ਦੇ ਨਾਲ ਸਮਝ ਸਕਦੇ ਹਾਂ। ਸੋ ਉਸ ਤੋਂ ਬਾਅਦ ਕਿੰਨੀ ਕਿਹੜੇ ਸਤਿਗੁਰਾਂ ਦੀ ਬਾਣੀ ਹੈ ਉਹਦੇ ਬਾਰੇ ਆਪਾਂ ਵਿਚਾਰ ਕਰੀਏ। ਸੋ ਮੈਂ ਸਭ ਤੋਂ ਪਹਿਲਾਂ ਉਹ ਸਕਰੀਨ ਆਪ ਜੀ ਦੀ ਸ਼ੇਅਰ ਕਰ ਦੇਵਾਂ ਕਿ ਬਾਣੀ ਦਾ ਵੇਰਵਾ ਹੈ। ਆਪ ਜੀ ਦੀ ਸਕਰੀਨ ਉੱਪਰ ਆ ਗਿਆ ਬਾਣੀ ਦਾ ਵੇਰਵਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ 974 ਸ਼ਬਦ ਹਨ ਸਤਿਗੁਰਾਂ ਦੇ, ਗੁਰੂ ਨਾਨਕ ਦੇਵ ਜੀ ਦੇ, ਤੇ 19 ਰਾਗਾਂ ਦੇ ਵਿੱਚ ਹਨ। 974 ਸ਼ਬਦ 19 ਰਾਗਾਂ ਦੇ ਵਿੱਚ। ਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ 63 ਸ਼ਲੋਕ। ਇਹ 63 ਸ਼ਲੋਕ ਸਾਰੀਆਂ ਵਾਰਾਂ ਦੇ ਵਿੱਚ ਦਿੱਤੇ ਹੋਏ ਆ, ਵੱਖ-ਵੱਖ ਜਗ੍ਹਾ ਦੇ ਉੱਤੇ। ਫਿਰ ਗੁਰੂ ਅਮਰਦਾਸ ਜੀ ਦੀ ਬਾਣੀ ਹੈ 869 ਸ਼ਬਦ ਹਨ ਸਤਿਗੁਰਾਂ ਦੇ। 17 ਰਾਗਾਂ ਦੇ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਗੁਰੂ ਅਮਰਦਾਸ ਜੀ ਨੇ। ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੀ ਬਾਣੀ ਹੈ 638 ਸ਼ਬਦ। 30 ਰਾਗਾਂ ਦੇ ਵਿੱਚ ਸਤਿਗੁਰਾਂ ਦੇ ਸ਼ਬਦ ਹਨ ਗੁਰੂ ਰਾਮਦਾਸ ਜੀ ਦੇ। ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ 2312 ਸ਼ਬਦ ਹਨ ਸਤਿਗੁਰਾਂ ਦੇ ਟੋਟਲ। 30 ਰਾਗਾਂ ਦੇ ਵਿੱਚ ਇਹ ਸ਼ਬਦ ਹਨ ਸਾਰੇ। ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ 115 ਸ਼ਬਦ, 15 ਰਾਗਾਂ ਦੇ ਵਿੱਚ ਦਰਜ ਹਨ। ਫਿਰ ਭਗਤ ਕਬੀਰ ਜੀ ਦੀ ਬਾਣੀ ਹੈ 532 ਸ਼ਬਦ ਹਨ ਭਗਤ ਕਬੀਰ ਜੀ ਦੇ, 16 ਰਾਗਾਂ ਦੇ ਵਿੱਚ ਦਰਜ ਹਨ। ਫਿਰ ਭਗਤ ਨਾਮਦੇਵ ਜੀ ਦੀ ਬਾਣੀ ਹੈ 61 ਸ਼ਬਦ ਹਨ ਭਗਤ ਨਾਮਦੇਵ ਜੀ ਦੇ, 18 ਰਾਗਾਂ ਦੇ ਵਿੱਚ ਦਰਜ ਹਨ। ਰਾਗਾਂ ਦੇ ਵਿੱਚੋਂ ਦਾ ਅਰਥ ਹੈ ਕਿ ਰਾਗਾਂ ਤੋਂ ਬਾਹਰ ਵੀ ਬਾਣੀ ਦਰਜ ਹੈ, ਕਿਉਂਕਿ ਜਿਹੜੇ ਵਾਰ ਵਧੀਕ ਹਨ ਭਾਵ ਰਾਗ ਮੁਕਤ ਬਾਣੀ ਹੈ ਉੱਥੇ ਵੀ ਬਾਣੀ ਜਿਹੜੀ ਹੈ ਉਹ ਦਰਜ ਹੈ, ਇਸ ਕਰਕੇ ਰਾਗਾਂ ਦੇ ਵਿੱਚੋਂ ਸ਼ਬਦ ਲਿਖਿਆ ਆਇਆ। ਤੇ ਉਸ ਤੋਂ ਬਾਅਦ ਅੱਗੇ ਹੈ ਭਗਤ ਰਵਿਦਾਸ ਜੀ ਦੇ 40 ਸ਼ਬਦ 16 ਰਾਗਾਂ 'ਚ। ਭਗਤ ਰਾਮਾਨੰਦ ਜੀ ਦੀ ਬਾਣੀ ਇੱਕ ਸ਼ਬਦ ਹੈ ਬਸੰਤ ਰਾਗ ਵਿੱਚ। ਭਗਤ ਜੈਦੇਵ ਜੀ ਦੀ ਬਾਣੀ 2 ਸ਼ਬਦ ਹਨ 2 ਰਾਗਾਂ ਦੇ ਵਿੱਚ। ਭਗਤ ਤ੍ਰਿਲੋਚਨ ਜੀ ਦੀ ਬਾਣੀ 14 ਸ਼ਬਦ ਹਨ 3 ਰਾਗਾਂ ਵਿੱਚ। ਭਗਤ ਧੰਨਾ ਜੀ ਦੀ ਬਾਣੀ ਹੈ 3 ਸ਼ਬਦ ਹਨ 2 ਰਾਗਾਂ ਦੇ ਵਿੱਚ। ਫਿਰ ਭਗਤ ਸੈਣ ਜੀ ਦੀ ਬਾਣੀ ਹੈ 1 ਸ਼ਬਦ ਹੈ ਇਹਨਾਂ ਦਾ ਧਨਾਸਰੀ ਰਾਗ ਦੇ ਵਿੱਚ। ਫਿਰ ਉਸ ਤੋਂ ਬਾਅਦ ਭਗਤ ਪੀਪਾ ਜੀ ਦੀ ਬਾਣੀ ਹੈ 1 ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ ਭਗਤ ਪੀਪਾ ਜੀ ਦਾ। ਸੋ ਉਸ ਤੋਂ ਬਾਅਦ ਅੱਗੇ ਆ ਜਾਓ ਭਗਤ ਭੀਖਣ ਜੀ ਦੀ ਬਾਣੀ 2 ਸ਼ਬਦ ਸੂਰਠ ਰਾਗ ਵਿੱਚ ਮਿਲਦੇ ਹਨ ਇਹਨਾਂ ਦੇ। ਫਿਰ ਭਗਤ ਸਦਨਾ ਜੀ ਦੀ ਬਾਣੀ ਹੈ 1 ਸ਼ਬਦ ਬਿਲਾਵਰ ਰਾਗ 'ਚ ਮਿਲਦਾ ਹੈ। ਫਿਰ ਭਗਤ ਪਰਮਾਨੰਦ ਜੀ ਦੀ ਬਾਣੀ ਹੈ 1 ਸ਼ਬਦ ਸਾਰਗ ਰਾਗ 'ਚ ਮਿਲਦਾ ਹੈ। ਫਿਰ ਭਗਤ ਸੂਰਦਾਸ ਜੀ ਦੀ ਬਾਣੀ ਹੈ 1 ਸ਼ਬਦ ਸਾਰੰਗ ਰਾਗ ਵਿੱਚ ਹੈ ਭਗਤ ਸੂਰਦਾਸ ਜੀ ਦਾ, ਭਾਵੇਂ 1 ਪੰਕਤੀ ਲਿਖੀ ਹੋਈ ਹੈ। ਫਿਰ ਭਗਤ ਬੇਣੀ ਜੀ ਦੀ ਬਾਣੀ 3 ਸ਼ਬਦ 3 ਰਾਗਾਂ ਵਿੱਚ। ਫਿਰ ਭਗਤ ਫਰੀਦ ਜੀ ਦੀ ਬਾਣੀ ਹੈ 116 ਸ਼ਬਦ ਤੇ ਸ਼ਲੋਕ ਹਨ ਇਹਨਾਂ ਦੇ। 11 ਭੱਟਾਂ ਦੀ ਕੁੱਲ ਬਾਣੀ ਬਣਦੀ ਹੈ 123 ਸਵਈਏ, 123 ਸ਼ਬਦ ਜਿਹੜੇ ਭੱਟਾਂ ਦੇ ਸਵਈਏ ਜਿਨ੍ਹਾਂ ਨੂੰ ਕਿਹਾ ਜਾਂਦਾ 11 ਭੱਟ ਹਨ। ਕੁੱਲ ਬਾਣੀ ਹੈ 123। ਫਿਰ ਗੁਰਸਿੱਖ ਹਨ ਰਾਏ ਬਲਵੰਡ ਜੀ ਦੀ ਬਾਣੀ 5 ਪੌੜੀਆਂ ਰਾਮਕਲੀ ਰਾਗ ਦੇ ਵਿੱਚ। ਭਾਈ ਸੱਤਾ ਜੀ ਦੀ ਬਾਣੀ 3 ਪੌੜੀਆਂ ਰਾਮਕਲੀ ਰਾਗ ਵਿੱਚ। ਫਿਰ ਬਾਬਾ ਸੁੰਦਰ ਜੀ ਦਾ ਰਾਮਕਲੀ ਰਾਗ ਦੇ ਵਿੱਚ 1 ਸੱਦ ਹੈ। ਤੇ ਫਿਰ ਭਾਈ ਮਰਦਾਨਾ ਜੀ ਦੀ ਬਾਣੀ 3 ਸ਼ਲੋਕ ਹਨ ਬਿਹਾਗੜਾ ਰਾਗ ਦੇ ਵਿੱਚ। ਸੋ ਭਾਈ ਮਰਦਾਨਾ ਜੀ ਦੇ ਬਾਰੇ ਪੁਰਾਣੇ ਵਿਦਵਾਨ ਜਿਹੜਾ ਸੀ ਇਹ ਮੰਨਦੇ ਸੀ ਕਿ ਇਹ ਸਤਿਗੁਰਾਂ ਨੇ ਸਿਰਫ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਬਾਣੀ ਉਚਾਰਨ ਕੀਤੀ ਹੈ। ਤੇ ਕੁਝ ਵਿਦਵਾਨ ਜਿਹੜੇ ਗੱਲ ਮੰਨਦੇ ਆ ਕਿ ਇਹ ਭਾਈ ਮਰਦਾਨਾ ਜੀ ਨੇ ਆਪ ਬਾਣੀ ਉਚਾਰਨ ਕੀਤੀ ਬਿਹਾਗੜਾ ਰਾਗ 'ਚ। ਇਹ ਜਦੋਂ ਭਾਈ ਸਾਹਿਬ ਦਾ ਜੀਵਨ ਆਵੇਗਾ ਉਦੋਂ ਆਪਾਂ ਇੱਥੇ ਖੁੱਲ੍ਹ ਕੇ ਵਿਚਾਰ ਕਰਾਂਗੇ। ਸੋ ਇਸ ਤਰ੍ਹਾਂ ਟੋਟਲ ਜਿਹੜੇ ਸ਼ਬਦ ਬਣਦੇ ਹਨ ਉਹ 5875 ਸ਼ਬਦ ਕੁੱਲ ਬਣਦੇ ਆ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਜਿੰਨੀ ਬਾਣੀ ਹੈ।
ਤੇ ਇਹ ਸਮੁੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਵੇਂ ਆਪਾਂ ਪਹਿਲੋਂ ਤਰਤੀਬ ਵਿਚਾਰੀ ਆ, ਉਸੇ ਤਰਤੀਬ ਦੇ ਅਨੁਸਾਰ ਜਿਹੜੀ ਇਹ ਬਾਣੀ ਸਤਿਗੁਰਾਂ ਨੇ ਦਰਜ ਕੀਤੀ ਹੈ। ਸੋ ਹੁਣ ਆਪਾਂ ਕੱਲੇ ਕੱਲੇ ਗੁਰੂ ਜੀ ਦੇ ਬਾਰੇ, ਭਗਤ ਬਾਰੇ, ਭੱਟ ਬਾਰੇ ਤੇ ਉਹਨਾਂ ਦੇ ਬਾਰੇ ਵੇਰਵੇ ਜਿਹੜੇ ਆ ਉਹ ਆਪ ਜੀ ਨਾਲ ਮੈਂ ਸਾਂਝੇ ਕਰਨੇ ਆ ਕਿ ਕਿੰਨੀ ਕਿੰਨੀ ਬਾਣੀ ਹੈ, ਕਿਵੇਂ ਕਿਵੇਂ ਉਹਨਾਂ ਦਾ ਜੀਵਨ ਸੀ। ਗੁਰੂ ਸਾਹਿਬਾਨਾਂ ਦੇ ਬਾਰੇ ਆਪਾਂ ਜ਼ਿਆਦਾ ਡਿਟੇਲ ਨਹੀਂ ਦੇਵਾਂਗੇ, ਕਿਉਂਕਿ ਉਹਨਾਂ ਦੇ ਬਾਰੇ ਆਪਾਂ ਬਹੁਤ ਵਿਸਥਾਰ ਨਾਲ ਜਾਣਦੇ ਹਾਂ। ਉਹਨਾਂ ਦੇ ਜੀਵਨ ਨਾਲ ਆਪਾਂ ਸੰਬੰਧਿਤ ਹਾਂ, ਉਹਨਾਂ ਦੇ ਜੀਵਨ ਨੂੰ ਆਪਾਂ ਗੁਰਪੁਰਬਾਂ 'ਤੇ ਵਿਚਾਰਦੇ ਰਹਿੰਦੇ ਹਾਂ। ਪਰ ਜੋ ਭਗਤ ਹਨ, ਭੱਟ ਹਨ, ਉਹਨਾਂ ਦੇ ਜੀਵਨ ਦੇ ਬਾਰੇ ਆਪਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਕਰਕੇ ਉਹਨਾਂ ਦੇ ਜੀਵਨ ਬਾਰੇ ਥੋੜ੍ਹੀ ਜ਼ਿਆਦਾ ਵਿਸਥਾਰ ਨਾਲ ਆਪਾਂ ਗੱਲ ਕਰਾਂਗੇ। ਅਤੇ ਜੋ ਗੁਰੂ ਸਾਹਿਬਾਨਾਂ, 6 ਗੁਰੂ ਸਾਹਿਬਾਨ ਹਨ, ਇਹਨਾਂ ਦਾ ਜਿਹੜਾ ਜੀਵਨ ਹੈ ਉਹ ਆਪਾਂ ਟੂਕ ਮਾਤਰ ਹੀ, ਜ਼ਿਆਦਾ ਨਹੀਂ ਵਿਚਾਰਨਾ, ਬਸ ਵਿਸ਼ੇ ਨਾਲ ਜੁੜੇ ਰਹਿਣ ਵਾਸਤੇ ਆਪਾਂ ਇਹਨਾਂ ਦਾ ਜੀਵਨ ਵਿਚਾਰਨਾ ਹੈ। ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੀ ਬਾਣੀ ਹੈ। ਇਹ ਗੱਲ ਮੰਨੀ ਜਾਂਦੀ ਹੈ, ਸਟੀਕ ਹੈ, ਪ੍ਰਮਾਣ ਹੈ, ਪ੍ਰਤੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉਸ ਬਾਣੀ ਦੀ ਹੀ ਵਿਆਖਿਆ ਬਾਕੀ ਗੁਰੂ ਸਾਹਿਬਾਨਾਂ ਨੇ ਕੀਤੀ ਹੈ ਤੇ ਬਾਕੀ ਭਗਤਾਂ ਨੇ ਤੇ ਬਾਕੀ ਭੱਟਾਂ ਨੇ ਕੀਤੀ ਹੈ। ਆਪ ਜੀ ਨੇ ਫਿਰ ਗੱਲ ਨੂੰ ਸਮਝਣਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਆਦ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋ ਬਾਣੀ ਹੈ, ਉਸ ਬਾਣੀ ਦੀ ਹੀ ਵਿਆਖਿਆ ਗੁਰੂ ਅੰਗਦ ਸਾਹਿਬ ਜੀ ਨੇ ਕੀਤੀ ਹੈ। ਉਸੇ ਹੀ ਬਾਣੀ ਦੀ ਵਿਆਖਿਆ ਗਾਂ ਗੁਰੂ ਅਮਰਦਾਸ ਜੀ ਨੇ ਕੀਤੀ ਹੈ। ਇਸੇ ਤਰ੍ਹਾਂ ਭਗਤਾਂ ਦੀ, ਭੱਟਾਂ ਦੀ ਜਿੰਨੀ ਵੀ ਬਾਣੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਹੀ ਵਿਆਖਿਆ ਹੈ। ਕਿਵੇਂ? ਇੱਕ ਉਦਾਹਰਨ ਲੈ ਲਈਏ। ਜਿਵੇਂ ਆਪਾਂ ਆਸਾ ਦੀ ਵਾਰ ਦੇ ਵਿੱਚ ਇੱਕ ਸਲੋਕ ਪੜ੍ਹਦੇ ਆ ਨਾ, ਆਰੰਭਤਾ ਦੇ ਵਿੱਚ ਸਲੋਕ ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਹੈ ਤੇ ਇਹਦੇ ਨਾਲ ਹੀ ਗੁਰੂ ਅੰਗਦ ਦੇਵ ਜੀ ਨੇ ਦੂਸਰਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ। ਉਹ ਕੀ ਸਲੋਕ ਹੈ? ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਗੁਰੂ ਜਿਹੜਾ ਹੈ ਉਹ ਦੇਵਤੇ ਬਣਾ ਦਿੰਦਾ ਮਨੁੱਖ ਨੂੰ ਇੱਕ ਛਿਣ ਦੇ ਵਿੱਚ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਆ, ਹਾਂ ਵਾਕਈ ਹੀ ਗੁਰੂ ਦੇਵਤੇ ਬਣਾਉਂਦਾ। ਕਿਉਂਕਿ ਗੁਰੂ ਦੇ ਵਿੱਚ ਇੰਨਾ ਪ੍ਰਕਾਸ਼ ਹੈ ਜਿੰਨਾ ਪ੍ਰਕਾਸ਼ ਕਿਸੇ ਸੂਰਜ ਤੇ ਕਿਸੇ ਚੰਦਰਮਾ 'ਚ ਨਹੀਂ ਹੋਣਾ। ਸੋ ਇਸ ਤਰ੍ਹਾਂ ਆਪਾਂ ਇਹ ਗੱਲ ਲੈ ਲੈਂਦੇ ਹਾਂ ਕਿ ਜਿਹੜੀ ਸਮੁੱਚੀ ਬਾਣੀ ਹੈ ਉਹ ਇੱਕ ਦੂਜੇ ਦੀ ਵਿਆਖਿਆ ਕਰਦੀ ਹੈ। ਖਾਸ ਕਰਕੇ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਰਚੀ ਹੈ, ਉਸ ਬਾਣੀ ਦੀ ਹੀ ਵਿਆਖਿਆ ਦੂਸਰੇ ਗੁਰੂ ਸਾਹਿਬਾਨਾਂ ਨੇ ਕੀਤੀ। ਸੋ ਸਤਿਗੁਰੂ ਜਗਤ ਜਲੰਦੇ ਦੇ ਤਾਰਨ ਵਾਸਤੇ ਜਗ੍ਹਾ ਜਗ੍ਹਾ ਜਾਂਦੇ ਆ। ਹਰ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਆ ਉਦਾਸੀਆਂ ਦੇ ਵੇਲੇ। ਤੇ ਭਾਈ ਗੁਰਦਾਸ ਜੀ ਨੇ ਗੱਲ ਕਹੀ ਹੈ ਕਿ ਇਹਨਾਂ ਦੇ ਸਤਿਗੁਰਾਂ ਦੇ ਜਿਹੜਾ ਸੀ ਆਸਾ ਹੱਥ ਕਿਤਾਬ ਕਸ਼, ਭਾਵ ਇਹਨਾਂ ਦੇ ਹੱਥ ਦੇ ਵਿੱਚ ਕਿਤਾਬ ਸੀ। ਕਿਤਾਬ ਤੋਂ ਭਾਵ ਗੁਰਬਾਣੀ ਦੀ ਪੋਥੀ। ਤੇ ਇਹਨਾਂ ਦੇ ਕੋਲ ਇੱਕ ਡੰਡਾ ਸੀ ਸਤਿਗੁਰਾਂ ਦੇ ਪਾਸ, ਗੁਰੂ ਨਾਨਕ ਸਾਹਿਬ ਜੀ ਦੇ ਪਾਸ। ਜਦ ਜਗਤ ਦਾ ਭਰਮਣ ਕਰਦੇ ਆ ਉਸ ਸਮੇਂ ਇਹਨਾਂ ਦੇ ਕੋਲ ਪੋਥੀ ਸੀ। ਇਹ ਪ੍ਰਮਾਣਿਕਤਾ ਇੱਥੋਂ ਹੁੰਦੀ ਹੈ। ਫਿਰ ਜਦੋਂ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਜਦੋਂ ਮੱਕੇ ਕਾਬੇ ਦੇ ਮੁਸਲਮਾਨਾਂ ਨੇ ਕਿਹਾ ਕਿ ਸਾਨੂੰ ਦੱਸੋ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ, ਤੁਹਾਡੀ ਕਿਤਾਬ ਕੀ ਕਹਿੰਦੀ ਹੈ। ਸੋ ਇਹ ਵੀ ਗੱਲ ਤੋਂ ਸਾਨੂੰ ਪ੍ਰਮਾਣਿਕਤਾ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਉਸ ਸਮੇਂ ਗੁਰਬਾਣੀ ਦੀ ਪੋਥੀ ਸੀ। ਸੋ ਸਤਿਗੁਰਾਂ ਨੇ ਇਹ ਸਮੁੱਚੀ ਬਾਣੀ ਇਕੱਤਰ ਕੀਤੀ ਹੈ ਧੰਨ ਗੁਰੂ ਨਾਨਕ ਸਾਹਿਬ ਨੇ, ਤੇ ਜਗਤ ਜਲੰਦੇ ਨੂੰ ਉਪਦੇਸ਼ ਦਿੱਤਾ ਹੈ। ਜਿੱਥੇ ਜਿਵੇਂ ਦਾ ਮਨੁੱਖ ਮਿਲਿਆ ਉਵੇਂ ਦਾ ਹੀ ਉਹਨੂੰ ਉਪਦੇਸ਼ ਸਤਿਗੁਰਾਂ ਨੇ ਦੇ ਕੇ ਬਖਸ਼ਿਸ਼ ਕੀਤਾ ਹੈ। ਸਿੱਧਾਂ ਨਾਲ ਗੋਸ਼ਟ ਹੋਈ ਹੈ ਤੇ ਸਿੱਧਾਂ ਦੇ ਨਾਲ ਗੋਸ਼ਟ ਕਰਕੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਫਿਰ ਸਤਿਗੁਰਾਂ ਨੇ ਪੰਡਤਾਂ ਪਾਂਧੇ ਨਾਲ ਉਪਦੇਸ਼ ਜਿਹੜੀ ਗੱਲ ਹੋਈ ਹੈ, ਦੱਖਣੀ ਓਂਕਾਰ ਬਾਣੀ ਸਤਿਗੁਰਾਂ ਨੇ ਰਚੀ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਸਮੁੱਚੀ ਬਾਣੀ ਜਿਹੜੀ ਹੈ ਮਨੁੱਖਤਾ ਦੇ ਭਲੇ ਵਾਸਤੇ ਉਚਾਰਨ ਕਰਕੇ ਨਾਲ ਦੀ ਨਾਲ ਇੱਕ ਪੋਥੀ ਦੇ ਵਿੱਚ ਲਿਖ ਕੇ ਤੇ ਇਹ ਸਾਨੂੰ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਆਓ ਸਤਿਗੁਰਾਂ ਦੀ ਕੀ ਬਾਣੀ ਹੈ, ਕੀ ਵੇਰਵਾ ਹੈ, ਉਹਦੇ ਬਾਰੇ ਆਪਾਂ ਜਾਣਕਾਰੀ ਜਿਹੜੀ ਹੈ ਦਾਸ ਸਾਹਿਬ ਜੀ ਦੇ ਸਨਮੁਖ ਰੱਖੇ। ਸੋ ਆਪ ਜੀ ਦੀ ਸਕਰੀਨ ਦੇ ਉੱਪਰ ਹੈ ਪਹਿਲੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਦਾ ਕੀ ਵੇਰਵਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਉਹਦਾ ਵੇਰਵਾ 973 ਸ਼ਬਦ ਹਨ ਤੇ 19 ਰਾਗਾਂ ਦੇ ਵਿੱਚ ਆਏ ਹਨ। ਤੇ ਫਿਰ ਸਤਿਗੁਰਾਂ ਦੇ ਜਿਹੜੇ ਆ ਜਪਜੀ ਸਾਹਿਬ ਸਭ ਤੋਂ ਪਹਿਲਾਂ, ਇਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੈ। ਸੋ ਦਰ ਸਰਲੇਖ ਦੇ ਹੇਠ 3 ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹਨ।
फिर सोहले दे विच 3 शब्द हैं, वो आप संथ्या कर चुके हैं, आप जी नूं पता है। फिर 38 पौड़ियाँ कुल जपजी साहब जी दियां हन ते एक सलोक जिहड़ा है अखीर ते फिर उस तो बाद श्री राग दे विच पैरे बाणी है, जिहदी गिनती है दो बाणियां पैरे सरलेख के अधीन हैं। ये सिर्फ उन्हां बाणियां की गल है जिहड़ी सिरलेख हैं, जिहड़ियां खास बाणियां हैं उन्हां दे बारे गल है। जिहड़ियां रागां दे विच है वो किवें है उहदी वक्री गल है, जिहड़ियां सलोक अष्टपदियां वो वखरा है। ये वो बाणियां हैं जिन्हां दे उत्ते सरलेख हैं। श्री राग दे विच बाणी है उहदा सरलेख है पैरे, ते वो 2 हैं गिणती दे विच वो बाणियां। फिर सतगुरां दी बाणी है राग आसा दे विच पट्टी, पट्टी सरलेख दे नाल जिहड़ी बाणी है उहदियां ਜਿਹੜੀਆਂ 35 ਪੌੜੀਆਂ ਹਨ। ਫਿਰ ਰਾਗ ਵਡਹੰਸ ਦੇ ਵਿੱਚ ਸਤਿਗੁਰਾਂ ਦੀ ਬਾਣੀ ਹੈ ਅਲਾਣੀਆਂ, ਜਿਹੜੀਆਂ ਮਰਗ ਦੇ ਉੱਤੇ ਪੜ੍ਹੀਆਂ ਜਾਂਦੀਆਂ ਜਦੋਂ ਕਿਸੇ ਦੀ ਡੈਥ ਹੁੰਦੀ ਆ। ਉਸ ਸਮੇਂ ਸੰਸਕਾਰ ਕਰਨ ਤੋਂ ਬਾਅਦ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਉਸ ਸਮੇਂ ਜਿਹੜੀਆਂ ਅਲਾਣੀਆਂ ਵਡਹੰਸ ਰਾਗ ਦੇ ਵਿੱਚ ਪੜ੍ਹੀਆਂ ਜਾਂਦੀਆਂ ਉਹ ਕੁੱਲ 4 ਸ਼ਬਦ ਹਨ। ਫਿਰ ਸ਼ਲੋਕ ਸਹਿਸਕ੍ਰਿਤੀ ਜਿਹੜੀ ਹੈ ਸਰਲੇਖ ਦੇ ਅਧੀਨ ਸਤਿਗੁਰਾਂ ਦੇ 4 ਸ਼ਬਦ ਉਹ ਹਨ। फिर तुखारी राग दे विच 12 माह सतगुरां ने उचारण किया है, इहदियां कुल 17 पौड़ियां हैं। सो आप जी ने फिर ध्यान देना, मैं दस देवां कि जिहड़ियां दे उत्ते सिरलेख है उन्हां बाणियां की गल इत्थे होई है कि 2 पैरे दे अधीन बाणी है। फिर पट्टी दे विच 34 पौड़ियां हैं, अलाणियां 4, सलोक सैसकृति 4 ते फिर 12 माह तुखारी 17 पौड़ियां। इन्हां दी गिनती अखीर ते होवेगी। सो आप जी अगे आ जाओ। रामकली दखणी ओंकार दे विच सतगुरां दी पावन बाणी है। इहदे विच दखणी ओंकार दे विच 54 पौड़ियां हैं टोटल। इहदे उत्ते सरलेख दिता होया है राग रामकली दखणी ओंकार। ओंकार बाणी है, दखणी राग है, रामकली दखणी, ते इहदे विच 54 पौड़ियां हैं सतगुरां दीयां टोटल। फिर सिद्ध गोष्ठ बाणी है इसे राग रामकली राग दे विच, ते इहदियां कुल 73 पौड़ियां हैं, 73 पौड़ियां। फिर तिलंग राग जिस किया तिन देखिया 10 पौड़ियां, ये सरलेख है। तिलंग राग दे विच 10 पौड़ियां हैं इहदियां। फिर बिलावल थित्ती 20 पौड़ियां जिहड़ियां वो हैं। बिलावल राग दे विच थित्ती सतगुरां ने उचारण की है। फिर मारू सोलहे 22 सतगुरां दे सोलहे हैं। फिर कुचज्जी सुचज्जी सरलेख के अधीन बाणी उचारण की है, वो कुल 2 बाणियां हैं। सो इन्हां सारियां बाणियां दा जिन्हां दे उत्ते सरलेख दिते हुए आ, इन्हां दा कुल जोड़ जिहड़ा है वो 288 बनता है। ध्यान देना आप जी ने, जिन्हां बाणियां दे उत्ते सरलेख दिता होया है उन्हां बाणियां दा कुल जोड़ 288 बनता है। ते हुण जिहड़े शब्द हैं जिन्हां दे विच शब्द सतगुरां दे, फिर अष्टपदियां ते शंत, इन्हां दी आप जी वेरवा आप जी की स्क्रीन ते देख सकते हो। गिनती किन्नी है, किहड़े राग दे विच किन्ने शब्द हैं, ते किन्नियां अष्टपदियां ते किन्ने शंत हैं। ते दूसरी गल इन्हां दे विच उपरले जिहड़े आ ना 288 ये आपां अखीर ते प्लस करने आ। सरलेख वालियां बाणियां बाद विच प्लस होणगियां। ਪਹਿਲੋਂ ਆਪਾਂ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹਨ, ਗੁਰੂ ਨਾਨਕ ਸਾਹਿਬ ਜੀ ਦੇ ਅਸ਼ਟਪਦੀਆਂ ਸਰਲੇਖ ਦੇ ਅਧੀਨ ਜਿਨ੍ਹਾਂ 'ਚ ਅਸ਼ਟਪਦੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ, ਸੰਤ ਗੁਰੂ ਨਾਨਕ ਸਾਹਿਬ ਨੇ ਜਿਹੜੇ ਉਚਾਰਨ ਕੀਤੇ ਆ ਉਹਨਾਂ ਦੇ ਬਾਰੇ ਗੱਲ ਕਰਨੀ ਹੈ। ਸ੍ਰੀ ਰਾਗ ਦੇ ਵਿੱਚ ਸਤਿਗੁਰਾਂ ਦੇ 33 ਸ਼ਬਦ ਹਨ ਕੁੱਲ, ਤੇ 18 ਸਤਿਗੁਰਾਂ ਦੀਆਂ ਅਸ਼ਟਪਦੀਆਂ ਹਨ। ਮਾਝ ਰਾਗ ਦੇ ਵਿੱਚ ਇੱਕ ਅਸ਼ਟਪਦੀ ਹੈ ਸਿਰਫ। ਫਿਰ ਗੌੜੀ ਰਾਗ ਦੇ ਵਿੱਚ 20 ਸ਼ਬਦ ਹਨ ਗੁਰੂ ਨਾਨਕ ਸਾਹਿਬ ਜੀ ਦੇ, ਤੇ ਫਿਰ 18 ਅਸ਼ਟਪਦੀਆਂ ਹਨ। ਆਸਾ ਰਾਗ 'ਚ 40 ਸ਼ਬਦ, 22 ਅਸ਼ਟਪਦੀਆਂ ਤੇ 5 ਸ਼ੰਤ ਹਨ। ਗੌੜੀ ਰਾਗ 'ਚ 2 ਸ਼ੰਤ ਹਨ। ਗੂਜਰੀ ਰਾਗ ਦੇ ਵਿੱਚ ਸਤਿਗੁਰਾਂ ਦੇ 2 ਸ਼ਬਦ ਤੇ 5 ਅਸ਼ਟਪਦੀਆਂ ਹਨ। ਵਡਹੰਸ ਰਾਗ ਦੇ ਵਿੱਚ 3 ਸ਼ਬਦ ਤੇ 2 ਸ਼ੰਤ ਹਨ, ਤੇ ਉਹ ਜਿਹੜਾ ਅਲਾਣੀਆਂ ਬਾਣੀ ਦੇ 4 ਜਿਹੜੇ ਹਨ ਉਹ ਵੱਖਰੇ ਗਿਣਨੇ ਆਪਾਂ। 3 ਵਡਹੰਸ ਰਾਗ ਦੇ ਵਿੱਚ ਸ਼ਬਦ ਤੇ 2 ਸ਼ੰਤ ਹਨ। ਸੋਠ ਰਾਗ ਦੇ ਵਿੱਚ ਸਤਿਗੁਰਾਂ ਦੇ 12 ਸ਼ਬਦ ਹਨ, 4 ਅਸ਼ਟਪਦੀਆਂ ਤੇ ਸ਼ੰਤ ਕੋਈ ਨਹੀਂ ਹੈ। ਧਨਾਸਰੀ ਰਾਗ 'ਚ 8 ਸਤਿਗੁਰਾਂ ਦੇ ਸ਼ਬਦ ਤੇ 2 ਅਸ਼ਟਪਦੀਆਂ, 3 ਸਤਿਗੁਰਾਂ ਦੇ ਸ਼ੰਤ ਹਨ। ਤਿਲੰਗ ਰਾਗ 'ਚ 5 ਸਤਿਗੁਰਾਂ ਦੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ, ਤੇ ਅਸ਼ਟਪਦੀ ਕੋਈ ਨਹੀਂ ਹੈ, ਸ਼ੰਤ ਵੀ ਕੋਈ ਨਹੀਂ ਹੈ। ਸੂਹੀ ਰਾਗ 'ਚ 9, ਫਿਰ 5 ਅਸ਼ਟਪਦੀਆਂ ਤੇ ਸ਼ੰਤ ਵੀ 5 ਹਨ।
बिलावर राग च 4 शब्द, 2 अष्टपदियाँ ते 3 वाहिगुरू। 2 ਜਿਹੜੇ ਹਨ ਉਹ ਸ਼ੰਤ ਹਨ। 11 ਸ਼ਬਦ ਹਨ ਰਾਮਕਲੀ ਰਾਗ 'ਚ, 9 ਅਸ਼ਟਪਦੀਆਂ ਹਨ, ਸ਼ੰਤ ਕੋਈ ਨਹੀਂ ਹੈ। ਮਾਰੂ ਰਾਗ ਦੇ ਵਿੱਚ 12 ਸਤਿਗੁਰਾਂ ਦੇ ਸ਼ਬਦ ਹਨ, 11 ਅਸ਼ਟਪਦੀਆਂ ਹਨ ਤੇ ਸ਼ੰਤ ਕੋਈ ਨਹੀਂ ਹੈ। ਤੁਖਾਰੀ ਰਾਗ ਦੇ ਵਿੱਚ 6 ਸ਼ੰਤ ਹਨ ਤੇ ਨਾਲ ਉਹ ਉੱਪਰ ਜੋ ਆਪਾਂ ਸਤਿਗੁਰਾਂ ਦੀ 12ਵਾਂ ਬਾਣੀ ਹੈ ਉਹਨੂੰ ਇੱਥੇ ਪਲੱਸ ਕਰਾਂਗੇ। ਫਿਰ ਉਸ ਤੋਂ ਬਾਅਦ ਦੇਖੋ ਮੈਸੇਜ ਕੀ ਆਇਆ। ਹਾਂਜੀ, ਇਸ ਤੋਂ ਬਾਅਦ ਜਿਹੜਾ ਹੈ ਭੈਰੋ ਰਾਗ ਦੇ ਵਿੱਚ 8 ਸ਼ਬਦ, 1 ਅਸ਼ਟਪਦੀ ਹੈ ਭੈਰੋ ਰਾਗ 'ਚ। ਬਸੰਤ ਰਾਗ ਦੇ ਵਿੱਚ 10 ਸ਼ਬਦ ਤੇ 8 ਜਿਹੜਾ ਆ ਅਸ਼ਟਪਦੀਆਂ। ਹਾਂਜੀ ਵਾਹਿਗੁਰੂ, ਬਾਅਦ ਵਿੱਚ ਆਪਾਂ ਡਿਸਕਸ ਕਰਾਂਗੇ ਅਸ਼ਟਪਦੀਆਂ ਦਾ ਕੀ ਭਾਵ ਹੈ, ਸ਼ੰਤ ਦਾ ਕੀ ਭਾਵ ਹੈ। ਇਹ ਪਹਿਲਾਂ ਆਪਾਂ ਬਾਣੀ ਦੀ ਗੱਲ ਕਰ ਰਹੇ ਹਾਂ ਤੇ ਉਹ ਆਪਾਂ ਵਿਸਥਾਰ ਦੇ ਨਾਲ, ਕਿਉਂਕਿ 2-3 ਦਿਨ ਕਲਾਸਾਂ ਚੱਲਣੀਆਂ, ਆਪਾਂ ਪੂਰਾ ਵਿਸਥਾਰ ਦੇ ਨਾਲ ਗੱਲ ਕਰਾਂਗੇ। ਆਪ ਜੀ ਇਸੇ ਤਰ੍ਹਾਂ ਜੁੜੇ ਰਹਿਣਾ। ਸੋ ਆਪਾਂ ਬਾਣੀ ਦੀ ਗੱਲ ਕਰ ਰਹੇ ਹਾਂ, ਪਹਿਲਾਂ ਆਪਾਂ ਇਹਨੂੰ ਵਿਚਾਰ ਕੇ ਫਿਰ ਆਪਾਂ ਸ਼ੰਤਾਂ ਦੀ ਗੱਲ ਕਰਾਂਗੇ। ਸ਼ੰਤ ਕੀ ਹੁੰਦੇ ਆ, ਅਸ਼ਟਪਦੀਆਂ ਕੀ ਹੁੰਦੀਆਂ, ਉਹਨਾਂ ਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਬੇਨਤੀ ਪ੍ਰਵਾਨ ਕਰਨੀ। ਹਾਂਜੀ, ਤੁਖਾਰੀ ਰਾਗ ਦੇ ਵਿੱਚ 6 ਸਤਿਗੁਰਾਂ ਦੇ ਸ਼ੰਤ ਹਨ। ਭੈਰੋ ਰਾਗ ਦੇ ਵਿੱਚ 8 ਸ਼ਬਦ, 1 ਅਸ਼ਟਪਦੀ ਹੈ ਸਤਿਗੁਰਾਂ ਦੀ। ਬਸੰਤ ਰਾਗ ਦੇ ਵਿੱਚ 10 ਸ਼ਬਦ ਤੇ 8 ਅਸ਼ਟਪਦੀਆਂ ਹਨ। ਸਾਰਗ ਰਾਗ ਦੇ ਵਿੱਚ ਸਤਿਗੁਰਾਂ ਦੇ 3 ਸ਼ਬਦ, 2 ਅਸ਼ਟਪਦੀਆਂ। ਮਲਾਰ ਰਾਗ ਦੇ ਵਿੱਚ 9 ਸਤਿਗੁਰਾਂ ਦੇ ਸ਼ਬਦ ਹਨ, 5 ਅਸ਼ਟਪਦੀਆਂ ਹਨ। ਇਸੇ ਤਰ੍ਹਾਂ ਪ੍ਰਭਾਤੀ ਰਾਗ ਦੇ ਵਿੱਚ 17 ਸ਼ਬਦ ਤੇ 7 ਅਸ਼ਟਪਦੀਆਂ। ਟੋਟਲ ਗਿਣਤੀ ਰਾਗਾਂ ਦੀ 19 ਹੈ ਤੇ ਸ਼ਬਦ ਬਣਦੇ ਆ 206 ਤੇ 120 ਅਸ਼ਟਪਦੀਆਂ ਬਣਦੀਆਂ ਤੇ 24 ਸਤਿਗੁਰਾਂ ਦੇ ਸ਼ੰਤ ਬਣਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਹਾਂਜੀ 25 ਸ਼ਬਦ, 206 ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤੇ ਆ ਇਹਨਾਂ 19 ਰਾਗਾਂ ਦੇ ਵਿੱਚ। 120 ਵਿੱਚੋਂ ਅਸ਼ਟਪਦੀਆਂ ਉਚਾਰਨ ਕੀਤੀਆਂ ਨਾਲ, ਤੇ ਨਾਲ ਸਤਿਗੁਰਾਂ ਨੇ ਜਿਹੜੇ 25 ਜਿਹੜੇ ਆ ਉਹ ਸ਼ੰਤ ਜਿਹੜੇ ਉਹ ਸਤਿਗੁਰਾਂ ਨੇ ਉਚਾਰਨ ਕੀਤੇ। ਸੋ ਅੱਗੇ ਆ ਜਾਓ। 12 ਜੋ ਆਪਾਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ, ਉਹਨਾਂ ਦੇ ਵਿੱਚੋਂ ਕਿੰਨੀ ਗਿਣਤੀ ਹੈ ਗੁਰੂ ਨਾਨਕ ਸਾਹਿਬ ਜੀ ਦੀਆਂ ਵਾਰਾਂ ਦੀ, ਉਹਦੇ ਬਾਰੇ ਗੱਲ ਕਰ ਲਈਏ। ਕਿੰਨੇ ਸ਼ਲੋਕ ਤੇ ਕਿੰਨੀਆਂ ਵਾਰਾਂ ਹਨ। ਪਿੱਛੇ ਗੱਲ ਹੋਈ ਹੈ ਸ਼ਬਦ, ਅਸ਼ਟਪਦੀ ਤੇ ਸ਼ੰਤ। ਹੁਣ ਗੱਲ ਹੋਵੇਗੀ ਸ਼ਲੋਕ ਤੇ ਪੌੜੀ ਦੀ। ਗੁਰੂ ਨਾਨਕ ਸਾਹਿਬ ਜੀ ਦੇ ਕੁੱਲ ਸਤਿਗੁਰਾਂ ਨੇ ਪੌੜੀਆਂ ਜਿਹੜੀਆਂ ਹਨ ਉਹ 3 ਵਾਰਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀਆਂ ਪੜ੍ਹੀਆਂ ਹਨ, ਜਿਨ੍ਹਾਂ ਦੇ ਉੱਤੇ ਸਿਰਲੇਖ ਦਿੱਤਾ ਹੋਇਆ ਹੈ ਸਤਿਗੁਰਾਂ ਨੇ। ਜੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿਰਲੇਖ ਦਿੱਤਾ, ਜਿਵੇਂ ਆਸਾ ਦੀ ਵਾਰ ਦੇ ਉੱਪਰ ਦਿੱਤਾ ਹੈ ਕਿ ਆਸਾ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ, ਕਿ ਮਹੱਲੇ ਪਹਿਲੇ ਦੀ ਵਾਰ ਹੈ। ਜਿਸ ਗੁਰੂ ਸਾਹਿਬਾਨ ਦੀ ਵਾਰ ਹੁੰਦੀ ਹੈ ਉਸੇ ਗੁਰੂ ਸਾਹਿਬਾਨ ਦੀ ਪੌੜੀਆਂ ਹੁੰਦੀਆਂ ਹਨ। ਜਿਸ ਗੁਰੂ ਸਾਹਿਬਾਨ ਨੇ ਪੌੜੀਆਂ ਉਚਾਰਨ ਕੀਤੀਆਂ ਹਨ ਉਸੇ ਦੀ ਹੀ ਉਹ ਵਾਰ ਗਿਣੀ ਜਾਂਦੀ ਹੈ। ਤੇ ਵਿੱਚ ਸ਼ਲੋਕ ਜਿਹੜੇ ਆ ਉਹ ਕਿਸੇ ਵੀ ਗੁਰੂ ਸਾਹਿਬ ਦੇ ਜਾਂ ਕਿਸੇ ਵੀ ਭਗਤ ਦੇ ਹੋ ਸਕਦੇ ਆ। ਆਪ ਜੀ ਨੇ ਫਿਰ ਧਿਆਨ ਦੇਣਾ ਕਿ ਜਿਸ ਗੁਰੂ ਸਾਹਿਬ ਨੇ ਵਾਰ ਉਚਾਰਨ ਕੀਤੀ ਹੁੰਦੀ ਆ ਤੇ ਉਸੇ ਦੀਆਂ ਪੌੜੀਆਂ ਨੂੰ ਵੇਖ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸਿਰਲੇਖ ਉੱਤੇ ਉਸੇ ਗੁਰੂ ਸਾਹਿਬ ਦਾ ਨਾਮ ਦਿੱਤਾ ਹੁੰਦਾ ਹੈ। ਇਸੇ ਤਰ੍ਹਾਂ ਜਿਵੇਂ ਉਦਾਹਰਨ ਦੇ ਤੌਰ ਤੇ 3 ਵਾਰਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਹਨ, ਉਹ ਆਪਾਂ ਨੂੰ ਇੱਥੇ ਸਪਸ਼ਟ ਦਿਖ ਰਿਹਾ। ਆਪ ਜੀ ਸਕਰੀਨ ਤੇ ਦੇਖ ਰਹੇ ਹੋ। ਮਾਝ ਕੀ ਵਾਰ, ਪੌੜੀਆਂ ਕਿੰਨੀਆਂ? 27। ਦੂਸਰੀ ਵਾਰ ਹੈ ਸਤਿਗੁਰਾਂ ਦੀ ਆਸਾ ਕੀ ਵਾਰ, ਪੌੜੀਆਂ ਕਿੰਨੀਆਂ? 24। ਫਿਰ ਹੇਠਾਂ ਆ ਜਾਓ 12 ਨੰਬਰ ਤੇ ਮਲਾਰ ਕੀ ਵਾਰ, ਪੌੜੀਆਂ ਕਿੰਨੀਆਂ? 27। ਸੋ ਇਹਨਾਂ ਪੌੜੀਆਂ ਦਾ ਕਰਕੇ ਇਹਨਾਂ 3 ਵਾਰਾਂ ਦੇ ਉੱਤੇ ਜਿਹੜਾ ਸਿਰਲੇਖ ਲਿਖਿਆ ਹੋਏਗਾ ਉਹ ਗੁਰੂ ਨਾਨਕ ਸਾਹਿਬ ਜੀ ਦਾ ਲਿਖਿਆ ਹੋਏਗਾ ਕਿ ਮਹੱਲੇ ਪਹਿਲੇ ਦੀ ਵਾਰ ਹੈ। ਠੀਕ ਹੈ ਜੀ, ਸਮਝ ਆ ਗਈ ਹੋਏਗੀ। ਤੇ ਇਸੇ ਤਰ੍ਹਾਂ ਸਤਿਗੁਰਾਂ ਦੇ ਜਿਹੜੇ ਸ਼ਲੋਕ ਹਨ, ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 7 ਸ਼ਲੋਕ ਵਾਰਾਂ ਦੇ ਵਿੱਚ ਦਰਜ ਕੀਤੇ ਹੈ ਗੁਰੂ ਅਰਜਨ ਦੇਵ ਜੀ ਨੇ। ਮਾਝ ਕੀ ਵਾਰ ਜਿਹੜੀ ਸਤਿਗੁਰਾਂ ਦੀ ਆਪਣੀ ਵਾਰ ਹੈ ਗੁਰੂ ਨਾਨਕ ਸਾਹਿਬ ਜੀ ਦੀ, 27 ਪੌੜੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ ਹੈ। ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੁੱਲ 46 ਸ਼ਲੋਕ ਇਸ ਪੌੜੀਆਂ ਦੇ ਨਾਲ ਦਰਜ ਕੀਤੇ ਆ। ਆਸਾ ਦੀ ਵਾਰ ਦੀਆਂ 24 ਪੌੜੀਆਂ ਹਨ ਤੇ 44 ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਦਰਜ ਕੀਤੇ ਆ। ਫਿਰ ਬਿਹਾਗੜਾ ਕੀ ਵਾਰ ਹੈ,
ਇਹ ਸਤਿਗੁਰਾਂ ਦੀ ਆਪਣੀ ਵਾਰ ਨਹੀਂ ਹੈ, ਪਰ ਸਤਿਗੁਰਾਂ ਦੇ ਜਿਹੜੇ ਸ਼ਲੋਕ ਹਨ ਉਹ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ ਆ 5 ਸ਼ਲੋਕ। ਇਸੇ ਤਰ੍ਹਾਂ ਵਡਹੰਸ ਦੀ ਵਾਰ ਦੇ ਵਿੱਚ 3 ਸ਼ਲੋਕ ਹਨ, ਸੋਠ ਕੀ ਵਾਰ ਦੇ ਵਿੱਚ 2 ਸ਼ਲੋਕ ਹਨ ਸਤਿਗੁਰਾਂ ਦੇ, ਸੂਹੀ ਕੀ ਵਾਰ ਦੇ ਵਿੱਚ 21 ਸ਼ਲੋਕ ਹਨ, ਬਿਲਾਵਲ ਕੀ ਵਾਰ ਦੇ ਵਿੱਚ 2 ਸ਼ਲੋਕ ਹਨ, ਰਾਮਕਲੀ ਕੀ ਵਾਰ ਦੇ ਵਿੱਚ 19 ਸ਼ਲੋਕ ਹਨ, ਮਾਰੂ ਕੀ ਵਾਰ ਦੇ ਵਿੱਚ 18 ਸ਼ਲੋਕ ਹਨ, ਸਾਰੰਗ ਦੀ ਵਾਰ ਜਿਹੜੀ ਉਹਦੇ ਵਿੱਚ 33 ਸ਼ਲੋਕ ਹਨ। ਫਿਰ ਮਲਾਰ ਕੀ ਵਾਰ ਇਹ ਸਤਿਗੁਰਾਂ ਦੀ ਆਪਣੀ ਵਾਰ ਹੈ, ਕਿਉਂਕਿ 27 ਪੌੜੀਆਂ ਹਨ ਸਤਿਗੁਰਾਂ ਦੀਆਂ ਨਾਲ। ਸਤਿਗੁਰਾਂ ਦੀ ਆਪਣੀ ਮਲਾਰ ਕੀ ਵਾਰ ਦੇ ਵਿੱਚ 24 ਸ਼ਲੋਕ ਸਤਿਗੁਰਾਂ ਦੇ ਆਪਣੇ ਹਨ ਤੇ 27 ਪੌੜੀਆਂ ਹਨ। ਤੇ ਵਾਰਾਂ ਤੇ ਵਧੇਕ ਜਿਹੜੇ ਸ਼ਲੋਕ ਵੱਧ ਗਏ ਉੱਥੇ 32 ਸਤਿਗੁਰਾਂ ਦੇ ਆਪਣੇ ਸ਼ਲੋਕ ਹਨ, 32। ਸੋ ਇਹ ਕੁੱਲ ਗਿਣਤੀ ਬਣਦੀ ਆ ਸ਼ਲੋਕਾਂ ਦੀ 256 ਤੇ ਜਿਹੜੀਆਂ ਪੌੜੀਆਂ ਹਨ ਉਹਨਾਂ ਦੀ ਕੁੱਲ ਗਿਣਤੀ ਬਣਦੀ ਆ 700 ਵਾਹਿਗੁਰੂ 78। ਕੁੱਲ ਗਿਣਤੀ 78 ਬਣਦੀ ਹੈ ਪੌੜੀਆਂ ਦੀ। ਸੋ ਇਹ ਕੁੱਲ ਜੋੜ ਜਿਹੜਾ ਹੈ ਉਹ ਬਣਦਾ ਹੈ 973। ਸੋ ਇਹ ਸਮੁੱਚਾ ਜਿਹੜਾ ਕੁੱਲ ਜੋੜ ਹੈ, ਭਾਵ ਕਹਿਣ ਤੋਂ ਕਿ ਪਿੱਛੇ ਜਿਹੜਾ ਆਪਾਂ ਟੋਟਲ ਕਰ ਰਹੇ ਹਾਂ ਉਹਨਾਂ ਨੂੰ ਨਾਲ ਲੈ ਕੇ ਤੇ ਇੱਥੇ ਜਿਹੜਾ ਕੁੱਲ ਜੋੜ ਦੱਸਿਆ ਹੋਇਆ, ਜਿਵੇਂ ਜਿਨ੍ਹਾਂ ਦੇ ਉੱਪਰ ਸਰਲੇਖ ਹੈ ਤੇ ਟੋਟਲ ਜਿੰਨੇ ਵੀ ਸ਼ਬਦ ਹਨ ਕੁੱਲ ਇਹਨਾਂ ਨੂੰ ਪਲੱਸ ਕਰਕੇ ਤੇ ਇਹਨਾਂ ਵਾਰਾਂ ਦੇ ਨਾਲ ਜਿਹੜੇ ਸ਼ਬਦ ਹਨ, ਸ਼ਲੋਕ ਹਨ ਤੇ ਪੌੜੀਆਂ ਹਨ, ਇਹਨਾਂ ਨੂੰ ਜਿਹੜਾ ਦੱਸ ਕੇ ਇਹ ਕੁੱਲ ਜਿਹੜੇ ਆ 973 ਬਣਦੇ ਆ। ਸੋ ਇਹ ਸਾਰੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕੁੱਲ ਬਾਣੀ ਹੈ 973। ਕਿੰਨੇ ਰਾਗ ਹਨ? ਕੁੱਲ 17 ਰਾਗਾਂ ਦੇ ਵਿੱਚ ਸਤਿਗੁਰਾਂ ਦੀ ਬਾਣੀ ਹੈ। ਸੋ ਇੱਥੇ ਥੋੜਾ ਜਿਹਾ ਹੇਠਾਂ ਲਿਖਿਆ ਹੋਇਆ ਹੈ, ਇਹ ਵੀ ਆਪ ਜੀ ਨੇ ਪੜ੍ਹਨ ਦਾ ਯਤਨ ਕਰਨਾ, ਸਮਝਣ ਦਾ ਥੋੜਾ ਯਤਨ ਕਰਨਾ। ਮੈਂ ਟੂਕ ਮਾਤਰ ਹੀ ਦੱਸ ਕੇ ਅੱਗੇ ਵਧਾਂਗਾ। ਸ਼ਲੋਕ ਨੰਬਰ 32 ਮਾਰੂ ਕੀ ਵਾਰ, 3 ਵਾਰੂ ਕੀ ਮਾਰ ਮਹੱਲੇ ਤੀਜੇ ਦੀ ਹੈ ਦੀ ਪੌੜੀ ਨੰਬਰ 6 ਦੇ ਨਾਲ ਦੂਜਾ ਸ਼ਲੋਕ। ਇਹ ਸਤਿਗੁਰਾਂ ਦਾ ਸ਼ਲੋਕ ਕਿੱਥੇ ਕਿੱਥੇ ਦਰਜ ਹੈ? ਸ਼ਲੋਕ ਸ਼ਲੋਕ ਨੰਬਰ 113 ਸ਼੍ਰੀ ਰਾਗ ਦੀ ਵਾਰ ਜਿਹੜੀ ਪੌੜੀ 2 ਦੇ ਨਾਲ ਪਹਿਲਾ ਸ਼ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਦਰਜ ਹੈ। ਸ਼ਲੋਕ ਨੰਬਰ 120 ਸ਼ਲੋਕ ਨੰਬਰ 18 ਵਾਰਾਂ ਤੇ ਵਧੀਕ ਦੇ ਵਿੱਚ। ਫਿਰ ਉਸ ਤੋਂ ਬਾਅਦ ਸ਼ਲੋਕ ਨੰਬਰ 124 ਸ੍ਰੀ ਰਾਗ ਕੀ ਵਾਰ ਪੌੜੀ ਨੰਬਰ 20 ਦੇ ਨਾਲ ਦੂਜਾ। ਤੇ ਭਗਤ ਫਰੀਦ ਜੀ ਦੇ ਸ਼ਲੋਕਾਂ ਵਿੱਚ 32 113 120 ਤੇ 124 ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਹਨ। ਨੰਬਰ ਇਹ ਜਿਹੜਾ ਮਤਲਬ ਇਹ ਨਹੀਂ ਕਿ 113 120 124 ਨੰਬਰ ਹੈ, ਇਹ ਯਾਦ ਰੱਖਣਾ ਕਿ 132 ਨੰਬਰ ਜਿਹੜਾ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਜੀ ਦਾ ਹੈ, 113 ਨੰਬਰ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ, 120 ਨੰਬਰ ਸ਼ਲੋਕ ਭਗਤ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਹੈ, 124 ਨੰਬਰ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ ਹੈ। ਪਰ ਇਹ ਚਾਰੇ ਸ਼ਲੋਕ ਹੋਰ ਥਾਂ ਵੀ ਦਰਜ ਮਿਲਦੇ ਹਨ, ਇਸ ਲਈ ਇਹ ਗਿਣਤੀ ਵਿੱਚ ਨਹੀਂ ਲਏ ਗਏ। ਕਹਿਣ ਤੋਂ ਭਾਵ ਇਹ ਗਿਣਤੀ ਦੇ ਵਿੱਚ ਕਿਉਂ ਨਹੀਂ ਲਏ ਗਏ? ਕਿਉਂਕਿ ਇਹ ਇੱਕ ਜਗ੍ਹਾ ਦੇ ਹੋਰ ਮਿਲਦੇ ਆ ਸੇਮ ਹੀ ਸਰਲੇਖ ਦੇ ਨਾਲ, ਤਾਂ ਕਰਕੇ ਇਹਨਾਂ ਨੂੰ ਨਹੀਂ ਲਿਆ ਗਿਆ। ਕਿਉਂਕਿ ਇਹ ਜਿਹੜੇ ਹਨ ਨਾ ਭਗਤਾਂ ਦੀ ਬਾਣੀ, ਉਹਦੀ ਵਿਆਖਿਆ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਉਹ ਦੁਬਾਰਾ ਸ਼ਲੋਕ ਦਰਜ ਕੀਤਾ ਹੁੰਦਾ ਸੀ, ਇਸ ਕਰਕੇ ਇਹਨਾਂ ਨੂੰ ਗਿਣਤੀ ਵਿੱਚ ਨਹੀਂ ਲਿਆ ਗਿਆ। ਪਰ ਫਿਰ ਵੀ ਟੋਟਲ ਜਿਹੜੀ ਗਿਣਤੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ 973 ਬਣਦੀ ਹੈ। ਸੋ ਇਸ ਤਰ੍ਹਾਂ ਇਹ ਗੁਰੂ ਨਾਨਕ ਦੇਵ ਜੀ ਦੀ ਆਪਾਂ ਅੱਜ ਸਮੁੱਚੀ ਜਿਹੜੀ ਹੈ ਬਾਣੀ ਉਹ ਵਿਚਾਰੀ ਹੈ ਕਿ ਕਿਵੇਂ ਸਤਿਗੁਰਾਂ ਦੀ ਕਿੰਨੀ ਬਾਣੀ ਕਿਸ ਰਾਗ ਦੇ ਵਿੱਚ ਦਰਜ ਹੈ। ਸੋ ਆਪ ਜੀ ਨੇ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਕੱਲ੍ਹ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ, ਇਸੇ ਤਰ੍ਹਾਂ 6 ਗੁਰੂ ਸਾਹਿਬਾਨਾਂ ਦੀ ਬਾਣੀ ਆਪਾਂ ਕਰਕੇ ਫਿਰ ਸਾਰਿਆਂ ਭਗਤਾਂ ਭੱਟਾਂ ਦੀ ਬਾਣੀ ਕਰਕੇ ਨਾਲ ਹੀ ਆਪਾਂ ਜੋ ਆਪ ਜੀ ਦਾ ਅੱਜ ਸਵਾਲ ਹੈ ਕਿ ਸ਼ੰਤ ਕੀ ਹੁੰਦੇ ਆ, ਅਸ਼ਟਪਦੀਆਂ ਕੀ ਹੁੰਦੀਆਂ ਤੇ ਸੋਲੇਹੇ ਕੀ ਹੁੰਦੇ ਆ, ਇਸੇ ਤਰ੍ਹਾਂ ਪਹਿਰੇ ਕੀ ਹੁੰਦੇ ਆ, ਇਹਨਾਂ ਦੇ ਬਾਰੇ ਆਪਾਂ ਬੜੀ ਡਿਟੇਲ ਦੇ ਨਾਲ ਜਿਹੜੀ ਉਹ ਗੱਲਬਾਤ ਕਰਾਂਗੇ। ਤੇ ਆਪਾਂ ਕਿਉਂਕਿ ਜੇ ਆਪਾਂ ਕਲਾਸ ਵਿੱਚ ਇਸੇ ਤਰ੍ਹਾਂ ਲੱਗੇ ਆ, ਜੇ ਆਪ ਜੀ ਇਸੇ ਤਰ੍ਹਾਂ ਜੁੜੇ ਰਹੋਗੇ ਤੇ ਲਾਹਾ ਪ੍ਰਾਪਤ ਇਸੇ ਤਰ੍ਹਾਂ ਆਪ ਜੀ ਨੂੰ ਹੁੰਦਾ ਰਹੇਗਾ। ਸੋ ਇੱਥੇ ਕਿ ਇੰਨੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਸਮਾਂ ਵਧੇਰੇ ਹੋ ਗਿਆ ਹੈ ਤੇ ਇਸ ਕਰਕੇ ਜੇ ਆਪ ਜੀ ਦਾ ਕੋਈ ਸੁਝਾਅ ਹੈ, ਕੋਈ ਵਿਸ਼ਾ ਮੇਰੇ ਕੋਲੋਂ ਛੁੱਟ ਗਿਆ ਹੋਵੇ ਜਾਂ ਆਉਣ ਵਾਲੇ ਸਮੇਂ 'ਚ ਉਹਨੂੰ ਨਾਲ ਰਲਾ ਲਿਆ ਜਾਵੇ ਤੇ ਆਪ ਜੀ ਉਹਦੇ ਬਾਰੇ ਮੈਨੂੰ ਜਿਹੜਾ ਸੁਝਾਅ ਵੀ ਦੇ ਸਕਦੇ ਹੋ। ਤੇ ਨਾਲ ਜੇ ਆਪ ਜੀ ਨੇ ਕੋਈ ਸਵਾਲ ਪੁੱਛਣਾ ਹੈ ਉਹ ਵੀ ਪੁੱਛ ਸਕਦੇ ਹੋ ਆਪਣਾ ਮਾਈਕ ਆਪ ਜੀ ਆਨ ਕਰਕੇ, ਕਿ ਕੋਈ ਵਿਸ਼ਾ ਹੋਰ ਨਾਲ ਲਾ ਕੇ ਚੱਲਣਾ ਹੋਵੇ ਤੇ ਉਹ ਵੀ ਦੱਸ ਦਿਓ, ਤੇ ਜਾਂ ਕੁਛ ਆਪ ਜੀ ਨੇ ਪੁੱਛਣਾ ਹੋਵੇ ਤੇ ਉਹ ਵੀ ਦੱਸ ਦਿਓ। ਹਾਂਜੀ ਵਾਹਿਗੁਰੂ।
ਵਾਹਿਗੁਰੂ ਠੀਕ ਹੈ ਵਾਹਿਗੁਰੂ ਜੀ। ਕੋਈ ਨਹੀਂ, ਜੇ ਅਗਰ ਆਪ ਜੀ ਨੂੰ ਲੱਗੇ ਕਿ ਕੋਈ ਵਿਸ਼ਾ ਰਹਿ ਗਿਆ ਹੋਵੇ ਮੇਰੇ ਕੋਲੋਂ, ਕਿਉਂਕਿ ਵਿਸ਼ਾ ਬਹੁਤ ਹੈ ਗੁਰਬਾਣੀ ਦਾ, ਤੇ ਜੇ ਕੁਝ ਰਹਿ ਗਿਆ ਹੋਵੇ ਤੇ ਤੁਸੀਂ ਮੈਨੂੰ ਨੋਟ ਕਰਵਾ ਦੇਣਾ, ਯਾਦ ਕਰਵਾ ਦੇਣਾ। ਤੇ ਜੇ ਆਪਾਂ ਇਹ ਕਲਾਸਾਂ ਆਰੰਭ ਕੀਤੀਆਂ ਹਨ ਤੇ ਆਪਾਂ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਲੈ ਸਕੀਏ, ਇੰਨੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।